ਪੀਟੀਸੀ ਨਿਊਜ਼ ਦਾ ਖਾਸ ਧਾਰਮਿਕ ਨਜ਼ਰਾਨਾ ਸਿੱਖ ਸਰਗਰਮੀਆਂ ਲੈ ਕੇ ਮੈਂ ਹਰਪ੍ਰੀਤ ਸਿੰਘ ਤੁਹਾਡਾ ਸਭ ਦਾ ਇੱਕ ਵਾਰ ਫਿਰ ਤੋਂ ਸਵਾਗਤ ਕਰਦਾ। ਜਿਵੇਂ ਕਿ ਤੁਸੀਂ ਜਾਣਦੇ ਹੋ, ਇਸ ਪ੍ਰੋਗਰਾਮ ਰਾਹੀਂ ਅਸੀਂ ਆਪਣੇ ਦਰਸ਼ਕਾਂ ਨੂੰ ਸਿੱਖ ਕੌਮ ਦੀਆਂ ਲੰਘੇ ਹਫ਼ਤੇ ਦੀਆਂ ਕੁਝ ਖਾਸ ਧਾਰਮਿਕ ਗਤੀਵਿਧੀਆਂ ਤੋਂ ਜਾਣੂ ਕਰਵਾਉਂਦੇ ਹਾਂ। ਇਹਨਾਂ ਗਤੀਵਿਧੀਆਂ ਦੇ ਵਿੱਚ ਖਾਸ ਤੌਰ ਤੇ ਅਸੀਂ ਸਿੱਖ ਮਸਲੇ, ਇਤਿਹਾਸਿਕ ਦਿਹਾੜੇ ਤੇ ਦੇਸ਼ ਵਿਦੇਸ਼ ਦੇ ਵਿੱਚ ਹੋ ਰਹੀਆਂ ਧਾਰਮਿਕ ਸਰਗਰਮੀਆਂ ਤੇ ਝਾਤ ਪਾਉਣ ਦੀ ਕੋਸ਼ਿਸ਼ ਕਰਦੇ ਹਾਂ। ਇਸ ਤੋਂ ਇਲਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਧਰਮ ਦੇ ਪ੍ਰਚਾਰ ਤੇ ਪ੍ਰਸਾਰ ਲਈ ਕਿਉਂ ਕਾਰਜ ਕੀਤੇ ਜਾ ਰਹੇ ਨੇ, ਇਸ ਦੀ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ। ਸੋ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਪੰਥਕ ਹਲਕਿਆਂ 'ਚ ਚੱਲ ਰਹੀਆਂ ਗਤੀਵਿਧੀਆਂ ਦੇ ਨਾਲ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਦੀ ਪ੍ਰਧਾਨਗੀ ਹੇਠਾਂ ਅੰਤਰਿਮ ਕਮੇਟੀ ਦੀ ਇੱਕ ਵਿਸ਼ੇਸ਼ ਇਕੱਤਰਤਾ ਗੁਰਦੁਆਰਾ ਸ਼੍ਰੀ ਦੇਗ ਸਾਹਿਬ ਕਟਾਣਾ ਦੇ ਇਕੱਤਰਤਾ ਹਾਲ ਵਿਖੇ ਹੋਈ, ਜਿਸ ਦੇ ਵਿੱਚ ਸੈਕਸ਼ਨ 85-87 ਟਰਸਟ ਦੇ ਅਮਲਾ ਵਿਭਾਗ ਦੀਆਂ ਤਜਵੀਜ਼ਾਂ ਤੇ ਵਿਚਾਰਾਂ ਕੀਤੀਆਂ ਗਈਆਂ। ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਕਮੇਟੀ ਨੇ ਕਿਹਾ ਕਿ ਇਸ ਇਕੱਤਰਤਾ ਦੇ ਵਿੱਚ ਸਿੱਖ ਪੰਥ ਦੇ ਮਹਾਨ ਵਿਦਵਾਨ ਸਰਦਾਰ ਜਸਵੰਤ ਸਿੰਘ ਨੇਕੀ ਜੋ ਇਸ ਫਾਨੀ ਸੰਸਾਰ ਤੋਂ ਕੂਚ ਕਰ ਗਏ ਨੇ, ਉਹਨਾਂ ਨੂੰ ਸ਼ਰਧਾ ਤੇ ਫੁੱਲ ਭੇਂਟ ਕਰਦਿਆਂ ਉਹਨਾਂ ਦੇ ਅਕਾਲ ਚਲਾਣੇ ਤੇ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਗਿਆ। ਉਹਨਾਂ ਦੱਸਿਆ ਕਿ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਸ਼੍ਰੀ ਡੇਰਾ ਸਾਹਿਬ ਕਰਤਾਰਪੁਰ ਦੀ ਸੇਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦੇਣ ਦਾ ਜੋ ਫੈਸਲਾ ਕੀਤਾ ਗਿਆ ਹੈ, ਸ਼੍ਰੋਮਣੀ ਕਮੇਟੀ ਪਾਕਿਸਤਾਨ ਗੁਰਦੁਆਰਾ ਕਮੇਟੀ ਦੇ ਵਕਫ ਬੋਰਡ ਦਾ ਧੰਨਵਾਦ ਕਰਦੀ ਹੈ। ਸ਼੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਦੇ ਇਸ ਪਵਿੱਤਰ ਸਥਾਨ ਦੀ ਸੇਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 22 ਸਤੰਬਰ ਨੂੰ ਸ਼ੁਰੂ ਕੀਤੀ ਜਾ ਰਹੀ ਹੈ ਤੇ ਇਸ ਸੰਬੰਧੀ ਐਸਜੀਪੀਸੀ ਦੇ ਪ੍ਰਧਾਨ ਪੂਰੇ ਵਫਦ ਸਮੇਤ 20 ਸਤੰਬਰ ਨੂੰ ਪਾਕਿਸਤਾਨ ਦੇ ਲਈ ਰਵਾਨਾ ਹੋਏ। ਇਸ ਵਫਦ ਦੇ ਵਿੱਚ ਉਹਨਾਂ ਦੇ ਨਾਲ ਰਜਿੰਦਰ ਸਿੰਘ ਮਹਿਤਾ, ਮੋਹਨ ਸਿੰਘ ਬੰਗੀ, ਨਿਰਮੈਲ ਸਿੰਘ ਜੌਲਾ, ਕਰਨੈਲ ਸਿੰਘ ਪੰਜੌਲੀ, ਬੀਬੀ ਕਿਰਨ ਜੋਤ ਕੌਰ ਸ਼ਾਮਿਲ ਨੇ। ਪਿਛਲੇ ਦਿਨੀ ਪੌਥਰ ਤੋਂ ਮਨੀਕਰਨ ਸਾਹਿਬ ਜਾ ਰਹੀ ਇੱਕ ਮੰਦਭਾਗੀ ਬੱਸ ਦਰਿਆ ਵਿੱਚ ਡਿੱਗ ਜਾਣ ਕਰਕੇ 22 ਵਿਅਕਤੀ ਮਾਰੇ ਗਏ ਤੇ 24 ਲਾਪਤਾ ਹੋ ਗਏ। ਮਾਰੇ ਗਏ ਵਿਅਕਤੀਆਂ ਦੇ ਪਰਿਵਾਰਾਂ ਦੇ ਨਾਲ ਹਮਦਰਦੀ ਪ੍ਰਗਟ ਕਰਦਿਆਂ ਸ਼੍ਰੋਮਣੀ ਕਮੇਟੀ ਵੱਲੋਂ 50-50 ਹਜ਼ਾਰ ਰੁਪਏ ਸਹਾਇਤਾ ਦੇਣ ਦਾ ਵੀ ਐਲਾਨ ਕੀਤਾ ਗਿਆ ਅਤੇ ਜਿਹੜੇ ਲਾਪਤਾ ਨੇ ਉਹਨਾਂ ਬਾਰੇ ਵੀ ਰਿਪੋਰਟ ਆਉਣ ਤੇ ਉਹਨਾਂ ਪਰਿਵਾਰਾਂ ਨੂੰ ਵੀ ਸਹਾਇਤਾ ਦਿੱਤੀ ਜਾਏਗੀ। ਉਨ੍ਹਾਂ ਅੱਗੇ ਕਿਹਾ ਕਿ ਅਦਾਲਤ ਵੱਲੋਂ ਸਰਵੋੱਚ ਪਾਵਨ ਗ੍ਰੰਥ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੰਮਨ ਜਾਰੀ ਕਰਨ ਵਾਲਾ ਫੈਸਲਾ ਬੇहद ਮੰਦਭਾਗਾ ਹੈ। ਇਸ ਫੈਸਲੇ ਦੀ ਅਸੀਂ ਪੁਰਜ਼ੋਰ ਨਿਖੇਧੀ ਕਰਦੇ ਹਾਂ ਤੇ ਮਾਨਯੋਗ ਚੀਫ ਜਸਟਿਸ ਨੂੰ ਬੇਨਤੀ ਕਰਦੇ ਹਾਂ ਕਿ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੰਮਨ ਜਾਰੀ ਕਰਨ ਵਾਲੇ ਜੱਜ ਖਿਲਾਫ ਕਾਰਵਾਈ ਕਰਨ। ਮੁੱਖ ਸਕੱਤਰ ਸ਼੍ਰੋਮਣੀ ਕਮੇਟੀ ਅਤੇ ਪ੍ਰਧਾਨ ਦੇ ਅਧਿਕਾਰਾਂ ਬਾਰੇ ਚੱਲ ਰਹੀਆਂ ਕਿਆਸਰਾਈਆਂ ਦੇ ਵਿਰਾਮ ਲਗਾਉਂਦਿਆਂ ਹੋਇਆਂ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦਾ ਅਮਲਾ ਤੇ ਫਲਾਈਂਗ ਵਿਭਾਗ ਸਿੱਧਾ ਸਕੱਤਰ ਅਮਲਾ ਰਾਹੀਂ ਮੈਨੂੰ ਰਿਪੋਰਟ ਕਰਨਗੇ ਤੇ ਫਾਈਨੈਂਸ ਦਾ ਕੰਮ ਮੁੱਖ ਸਕੱਤਰ ਵੇਖੇਗਾ। ਸਾਡਾ ਗੁਰਦੁਆਰਾ ਐਕਟ ਹੈ, ਉਹਦੇ ਮੁਤਾਬਕ ਜਿਹੜੀਆਂ ਪਾਵਰਸ ਪ੍ਰਧਾਨ ਕੋਲ ਨੇ ਉਹ ਪ੍ਰਧਾਨ ਕੋਲ ਹੀ ਰਹਿਣੀਆਂ ਨੇ। ਓਕੇ, ਉਸ ਤੋਂ ਬਾਅਦ ਜਿਹੜੀਆਂ ਪਾਵਰ ਸਾਡੇ ਸੈਕਟਰੀ ਕੋਲ ਨੇ ਉਹਨਾਂ ਨੂੰ ਥੋੜਾ ਬਹੁਤ ਵਧਾ ਕੇ ਉਹ ਚੀਫ ਸੈਕਟਰੀ ਸਾਹਿਬ ਨੂੰ ਦੇ ਦਿੱਤੀਆਂ ਜਾਣਗੀਆਂ। ਮਤਲਬ ਜਿਹੜੀ ਡਾਕ ਮੇਰੇ ਕੋਲ ਆਉਣੀ ਹੈ, ਇੱਕ ਤਾਂ ਅਮਲਾ ਬ੍ਰਾਂਚ ਹੈ, ਅਮਲਾ ਬ੍ਰਾਂਚ ਦਾ ਸਾਰਾ ਕੰਮ ਸਿੱਧਾ ਮੇਰੇ ਕੋਲ ਰਹੂਗਾ। ਫਲਾਈਂਗ ਬ੍ਰਾਂਚ ਹੈ ਸਾਡੀ, ਉਹ ਵੀ ਸਿੱਧੀ ਮੇਰੇ ਕੋਲ ਰਹੂਗੀ। ਉਸ ਤੋਂ ਬਾਅਦ ਜਿਹੜੀ ਬਾਕੀ ਕੰਮ ਨੇ, ਫਾਈਨਾਂਸ ਦਾ ਜਿਹੜਾ ਕੰਮ ਹੈ, ਜਿਹੜਾ ਬਿਲਡਿੰਗ ਦਾ ਕੰਮ ਹੈ, ਜਾਂ ਹੋਰ ਜਿਹੜੇ ਵੀ ਕੰਮ ਨੇ ਜਿਨ੍ਹਾਂ ਦੀ ਡਾਕ ਆਉਣੀ ਹੈ, ਉਹ ਡਾਕ ਥਰੂ ਚੀਫ ਸੈਕਟਰੀ ਮੇਰੇ ਕੋਲ ਆਏਗਾ। ਪੱਤਰਕਾਰਾਂ ਵੱਲੋਂ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਮੁੱਖ ਸਕੱਤਰ ਦੀ ਤਨਖਾਹ ਉਹਨਾਂ ਦੀ ਯੋਗਤਾ ਤੇ ਲੰਮੇ ਤਜਰਬੇ ਨੂੰ ਮੁੱਖ ਰੱਖ ਕੇ ਨਿਯਤ ਕੀਤੀ ਗਈ ਹੈ। ਉਸ ਵਿੱਚੋਂ ਵੀ ਉਹ 50,000 ਰੁਪਏ ਕੈਂਸਰ ਫੰਡ ਦੇ ਵਿੱਚ ਪਾਉਣਗੇ। ਪੰਜਾਬੀ ਭਾਸ਼ਾ ਸੰਬੰਧੀ ਪੁੱਛੇ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਵਿਸ਼ਵ ਪੰਜਾਬੀ ਸੰਮੇਲਨ 23-24 ਅਕਤੂਬਰ ਨੂੰ ਫਤਿਹਗੜ੍ਹ ਸਾਹਿਬ ਦੀ ਪਾਵਨ ਧਰਤੀ ਤੇ ਕਰਵਾਇਆ ਜਾ ਰਿਹਾ ਹੈ, ਜੋ ਕਿ ਸਮੇਂ ਦੀ ਲੋੜ ਹੈ। ਇਸ ਸੰਮੇਲਨ ਦੌਰਾਨ ਵਿਦਵਾਨਾਂ ਵੱਲੋਂ ਪੰਜਾਬੀ ਭਾਸ਼ਾ ਨੂੰ ਹੋਰ ਪ੍ਰਫੁੱਲਿਤ ਕਰਨ ਲਈ ਜੋ ਸੁਝਾਅ ਦਿੱਤੇ ਜਾਣਗੇ, ਉਹਨਾਂ ਤੇ ਅਮਲ ਕੀਤਾ ਜਾਏਗਾ। ਇਕੱਤਰਤਾ ਦੇ ਵਿੱਚ ਲਏ ਗਏ ਫੈਸਲਿਆਂ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਧਰਮ ਪ੍ਰਚਾਰ ਕਮੇਟੀ ਦੇ ਸਾਬਕਾ ਪ੍ਰਚਾਰਕ ਸਵਰਗੀ ਭਾਈ ਗੁਰਨਾਮ ਸਿੰਘ ਗਜਬ ਦੇ ਬੱਚਿਆਂ ਨੂੰ 50-50 ਹਜ਼ਾਰ ਰੁਪਏ ਸਹਾਇਤਾ ਦੀ ਪ੍ਰਵਾਨਗੀ ਕਰ ਦਿੱਤੀ ਗਈ ਹੈ। ਭਾਈ ਸਵਰਨ ਸਿੰਘ ਖਾਲਸਾ ਚੇਅਰਮੈਨ ਗੁਰਦੁਆਰਾ ਚਰਨ ਕਮਲ ਸ਼੍ਰੀ ਗੁਰੂ ਨਾਨਕ ਦੇਵ ਜੀ ਚੈਰੀਟੇਬਲ ਟਰਸਟ ਬਾਖਤਾ ਤਹਿਸੀਲ ਦੇ ਜ਼ਿਲ੍ਹਾ ਕਠੂਆ ਜੰਮੂ ਕਸ਼ਮੀਰ ਵੱਲੋਂ ਗੁਰਮਤਿ ਸਮਾਗਮ ਕਰਵਾਉਣ ਲਈ ਕੀਤੀ ਮੰਗ ਦੇ ਆਧਾਰ ਤੇ 50,000 ਰੁਪਏ ਸਹਾਇਤਾ ਦੀ ਪ੍ਰਵਾਨਗੀ ਦਿੱਤੀ ਗਈ ਹੈ। ਇਹ ਕੰਮ ਵੀ ਪੰਜਾਬੀ ਭਾਸ਼ਾ ਦੀ ਤਰੱਕੀ ਲਈ ਵੀ ਕੰਮ ਕਰਨ ਵਾਸਤੇ ਸੋਚਿਆ, ਔਰ ਸਿਰਫ ਇਹ ਨਹੀਂ ਵੀ ਅਸੀਂ ਕਾਨਫਰੰਸ ਕਰਾ ਕੇ ਤੇ ਬੰਦ ਕਰ ਦੇਣਾ। ਅਸੀਂ ਪੰਜਾਬੀ ਭਾਸ਼ਾ ਦੀ ਤਰੱਕੀ ਲਈ ਬਜਟ ਦੇ ਵਿੱਚ ਪ੍ਰੋਵੀਜ਼ਨ ਕਰਾਂਗੇ।
ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚਲਾਏ ਜਾ ਰਹੇ ਸ਼੍ਰੀ ਗੁਰੂ ਰਾਮਦਾਸ ਇੰਸਟੀਚਿਊਟ ਆਫ ਮੈਡੀਕਲ ਸਾਇੰਸ ਐਂਡ ਰਿਸਰਚ ਸੈਂਟਰ ਦੇ ਕੈਂਸਰ ਹਸਪਤਾਲ ਵਿੱਚ ਅਤ ਆਧੁਨਿਕ 2 ਮਸ਼ੀਨਾਂ ਲੀਨੀਅਰ ਐਕਸੀਲੇਟਰ ਅਤੇ ਸੀਟੀ ਸਟਿਮੂਲੇਟਰ ਦਾ ਰਸਮੀ ਉਦਘਾਟਨ ਕੀਤਾ ਗਿਆ। ਇਹਨਾਂ ਦਾ ਰਸਮੀ ਉਦਘਾਟਨ ਭਾਰਤ ਦੀ ਸਰਵੋੱਚ ਅਦਾਲਤ ਦੇ ਮੁੱਖ ਜੱਜ ਐਚ.ਐਲ. ਦੱਤੂ ਵੱਲੋਂ ਕੀਤਾ ਗਿਆ। ਇਹ ਦੋਵੇਂ ਮਸ਼ੀਨਾਂ ਦੇ ਪ੍ਰੋਜੈਕਟ ਦੀ ਕੁੱਲ ਕੀਮਤ 26 ਕਰੋੜ ਰੁਪਏ ਹੈ। ਇਸ ਤੋਂ ਪਹਿਲਾਂ ਵੀ ਇਸ ਹਸਪਤਾਲ ਦੇ ਵਿੱਚ ਆਧੁਨਿਕ ਮਸ਼ੀਨਾਂ ਰਾਹੀਂ ਮਰੀਜ਼ਾਂ ਦਾ ਇਲਾਜ ਕੀਤਾ ਜਾਂਦਾ ਹੈ ਤੇ ਹਰ ਰੋਜ਼ ਇੱਥੇ 100 ਤੋਂ 200 ਤੱਕ ਦੇ ਮਰੀਜ਼ ਇਲਾਜ ਲਈ ਇੱਥੇ ਆਉਂਦੇ ਨੇ। ਇੱਥੇ ਪਹਿਲਾਂ ਮੌਜੂਦ ਮਸ਼ੀਨਾਂ ਦੇ ਵਿੱਚ ਟੈਲੀਥੈਰੇਪੀ ਫੈਸਿਲਿਟੀਜ਼ ਸਪੋਰਟਡ ਬਾਈ ਕੰਪਿਊਟਰਾਈਜ਼ਡ ਟ੍ਰੀਟਮੈਂਟ ਪਲੈਨਿੰਗ ਸਿਸਟਮ, ਹਾਈਲੀ ਸੈਂਸਿਟਿਵ ਡੋਜ਼ੀਮੀਟਰ, ਮੋਲਡ ਰੂਮ ਐਂਡ ਰੇਡੀਏਸ਼ਨ ਪ੍ਰੋਟੈਕਸ਼ਨ ਇਕਵਿਪਮੈਂਟ ਸਨ। ਇਸ ਤੋਂ ਇਲਾਵਾ ਹਸਪਤਾਲ ਦੇ ਕੋਲ 780 ਗੌਬਲੈਟ ਟੈਲੀਥੈਰੇਪੀ ਯੂਨਿਟ ਵੀ ਹੈ ਤੇ ਬ੍ਰਾਂਚ ਥੈਰੇਪੀ ਵੀ ਹੈ। ਰੇਡੀਓਥੈਰੇਪੀ ਦੀ ਵੀ ਅਤ ਆਧੁਨਿਕ ਮਸ਼ੀਨਾਂ ਇਸ ਹਸਪਤਾਲ ਦੇ ਵਿੱਚ ਨੇ। ਨਵੀਆਂ ਸਥਾਪਿਤ ਕੀਤੀਆਂ ਗਈਆਂ ਮਸ਼ੀਨਾਂ ਰਾਹੀਂ ਹੋਣ ਵਾਲਾ ਇਲਾਜ ਸਟੀਕ ਮੰਨਿਆ ਜਾਂਦਾ ਹੈ ਤੇ ਇਸ ਰਾਹੀਂ ਹੋਏ ਇਲਾਜ ਨਾਲ ਮਰੀਜ਼ ਦੇ ਸਰੀਰ ਦੇ ਦੂਜੇ ਹਿੱਸੇ ਤੇ ਵੀ ਕੋਈ ਮਾੜਾ ਅਸਰ ਨਹੀਂ ਪੈਂਦਾ। ਇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਵਿਭਾਗ ਦੀ ਮੁਖੀ ਡਾਕਟਰ ਮੀਨਾ ਸੂਦਨ ਨੇ ਕਿਹਾ ਕਿ ਸੀਟੀ ਸਟਿਮੂਲੇਟਰ ਮਸ਼ੀਨ ਨਾਲ ਮਰੀਜ਼ ਦੇ ਸਰੀਰ ਦਾ ਪੂਰਾ ਸਕੈਨ ਕੀਤਾ ਜਾਂਦਾ ਹੈ ਤੇ ਪਤਾ ਲਗਾਇਆ ਜਾਂਦਾ ਹੈ ਕਿ ਸਰੀਰ ਦੇ ਕਿਸ ਹਿੱਸੇ ਦੇ ਵਿੱਚ ਕੈਂਸਰ ਹੈ ਤੇ ਕਿੰਨੀ ਮਾਤਰਾ ਦੇ ਵਿੱਚ ਇਹ ਕੈਂਸਰ ਫੈਲਿਆ ਹੋਇਆ ਹੈ। ਐਸੇ ਸਕੈਨ ਨੂੰ ਆਧਾਰ ਬਣਾ ਕੇ ਕੰਪਿਊਟਰ ਨਾਲ ਐਸੇ ਟ੍ਰੀਟਮੈਂਟ ਨੂੰ ਤਿਆਰ ਕਰਕੇ ਮਾਹਿਰ ਡਾਕਟਰ ਲੀਨੀਅਰ ਐਕਸੀਲੇਟਰ ਰਾਹੀਂ ਇਸ ਦਾ ਇਲਾਜ ਕਰਦੇ ਨੇ ਤੇ ਬੰਦੀ ਡੋਜ਼ ਹੀ ਮਰੀਜ਼ ਦੇ ਸਰੀਰ ਤੱਕ ਪਹੁੰਚਾਈ ਜਾਂਦੀ ਹੈ। ਉਨ੍ਹਾਂ ਕਿਹਾ ਕਿ ਇਸ ਵਿਧੀ ਦੇ ਨਾਲ ਹੋਏ ਇਲਾਜ ਨਾਲ ਮਰੀਜ਼ ਦੇ ਸਰੀਰ ਦੇ ਬਾਕੀ ਹਿੱਸਿਆਂ ਤੇ ਕੋਈ ਮਾੜਾ ਅਸਰ ਨਹੀਂ ਪੈਂਦਾ ਤੇ ਇਲਾਜ ਬਹੁਤ ਹੀ ਸਟੀਕ ਤਰੀਕੇ ਦੇ ਨਾਲ ਹੋ ਜਾਂਦਾ ਹੈ। रेडिएशन मशीन्स तो काफ़ी है सारी जगह पंजाब में भी, बट ये लेटेस्ट टेक्नोलॉजी वाली ट्रिपल एनर्जी लीनियर एक्सीलरेटर कहते हैं इसको। तो इससे ये है कि अलग अलग तरह के कैंसर्स, जो कि छोटे से छोटा कैंसर भी कहीं पर बॉडी में है, तो उसको हम हाई डोज काफ़ी हाई रेडिएशन का हाई डोज दे सकते हैं और उसको पूरी तरह ख़त्म कर सकते हैं। और उससे ये होगा, इससे फ़ायदा यह है कि ट्यूमर को हाई डोज मिलेगा और बाकी जो उसके नॉर्मल टिश्यूज़ इर्द गिर्द जो नॉर्मल टिश्यूज़ है उसको बिना ज़्यादा डैमेज किए हम ट्यूमर्स को रेडिएशन दे सकते हैं। सीटी सिमुलेटर बेसिकली एक दूसरे के ये कॉम्प्लीमेंट करती है। पहली मशीन जैसे सीटी सिमुलेशन मेनली होता है देखने के लिए कि ट्यूमर पेशेंट में कहाँ है, और फिर उसके अकॉर्डिंगली हमने उसकी प्लानिंग के लिए काम आता है मेनली। ਉਦਘਾਟਨ ਮੌਕੇ ਪਹੁੰਚੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਨੇ ਕਿਹਾ ਕਿ ਸ਼੍ਰੀ ਗੁਰੂ ਰਾਮਦਾਸ ਜੀ ਦੇ ਨਾਂ ਤੋਂ ਚੱਲ ਰਹੇ ਇਸ ਹਸਪਤਾਲ ਦੇ ਵਿੱਚ ਪੀੜਤਾਂ ਦਾ ਇਲਾਜ ਬਹੁਤ ਹੀ ਵਾਜਿਬ ਕੀਮਤ ਤੇ ਕੀਤਾ ਜਾਂਦਾ ਹੈ ਤੇ ਜੋ ਇਹ ਨਵੀਆਂ ਮਸ਼ੀਨਾਂ ਸਥਾਪਿਤ ਕੀਤੀਆਂ ਗਈਆਂ ਨੇ ਉਸ ਦੇ ਨਾਲ ਵੀ ਇੱਥੇ ਆਉਣ ਵਾਲੇ ਮਰੀਜ਼ਾਂ ਦੇ ਇਲਾਜ ਦੇ ਵਿੱਚ ਕਾਫੀ ਸਹੂਲਤ ਮਿਲੇਗੀ। ਉਹਨਾਂ ਮੁਤਾਬਿਕ ਕਮੇਟੀ ਵੱਲੋਂ ਆਪਣੇ ਸਾਲਾਨਾ ਬਜਟ ਦੇ ਵਿੱਚ ਕੈਂਸਰ ਦੇ ਮਰੀਜ਼ਾਂ ਦੇ ਲਈ ਮਾਇਕ ਸਹਾਇਤਾ ਦੇਣ ਦੇ ਲਈ ਰਕਮ ਰਾਖਵੀ ਰੱਖੀ ਜਾਂਦੀ ਹੈ ਤੇ ਹਰ ਮਰੀਜ਼ ਨੂੰ 20,000 ਰੁਪਏ ਦਿੱਤੇ ਜਾਂਦੇ ਨੇ। ਰਾਮਦਾਸ ਹਸਪਤਾਲ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਾਂ ਆਪਣਾ ਜਿਹੜਾ ਸਾਡਾ ਟਰਸਟ ਆ ਉਹਦੇ ਵੱਲੋਂ ਅਸੀਂ 2 ਮਸ਼ੀਨਾਂ ਲਾਈਆਂ। ਇੱਕ ਸਿਟੀ ਸਿਮੂਲੇਟਰ ਹੈ ਔਰ ਇੱਕ ਲੀਨੀਅਰ ਐਕਸੀਲੇਟਰ ਹੈ। ਦੋਨਾਂ ਦੀ ਕਾਸਟ ਤਕਰੀਬਨ 25 ਕਰੋੜ ਰੁਪਏ ਹੈ। ਔਰ ਸਿਟੀ ਸਿਮੂਲੇਟਰ ਦੇ ਨਾਲ ਸਭ ਤੋਂ ਪਹਿਲਾਂ ਟ੍ਰੀਟਮੈਂਟ ਪਲਾਨ ਹੁੰਦਾ, ਡਾਇਗਨੋਸ ਹੁੰਦਾ, ਉਹਦੇ ਸੀਟੀ ਸਕੈਨ ਹੁੰਦਾ, ਉਹਦੇ ਨਾਲੋਂ ਪਤਾ ਲੱਗ ਜਾਂਦਾ ਵੀ ਕੈਂਸਰ ਕਿਹੜੇ ਆਕਾਰ ਦਾ, ਕਿਹੜੀ ਜਗ੍ਹਾ 'ਤੇ ਹੈ। ਉਹ ਸਾਰਾ ਕੁਝ ਡਾਇਗਨੋਸ ਹੋਣ ਤੋਂ ਬਾਅਦ ਫਿਰ ਟ੍ਰੀਟਮੈਂਟ ਜਿਹੜਾ ਪਲਾਨ ਆ ਜਾਂਦਾ ਉਹਦੇ ਮੁਤਾਬਕ ਫਿਰ ਲੀਨੀਅਰ ਐਕਸੀਲੇਟਰ ਦੇ ਵਿੱਚ ਪਾ ਦਿੱਤਾ ਜਾਂਦਾ। ਲੀਨੀਅਰ ਐਕਸੀਲੇਟਰ ਦੇ ਵਿੱਚ ਉਹ ਜਿਹੜੀ ਟ੍ਰੀਟਮੈਂਟ ਆ ਜਾਂ ਜਿਹੜੀ ਰੇਡੀਓਥੈਰੇਪੀ ਹੈ ਉਹ ਉਸ ਉੱਥੇ ਤੱਕ ਹੀ ਰਹਿੰਦੀ ਹੈ ਜਿੱਥੇ ਤੱਕ ਉਹ ਕੈਂਸਰ ਅਫੈਕਟਡ ਏਰੀਆ ਹੁੰਦਾ, ਔਰ ਜਿਹੜਾ ਹੈਲਦੀ ਏਰੀਆ ਹੁੰਦਾ ਉਹਦੇ ਨੂੰ ਉਹ ਕੋਈ ਨਾ ਟੱਚ ਕਰਦਾ, ਨਾ ਉਹਦੇ ਨੂੰ ਕੋਈ ਅਫੈਕਟ ਕਰਦਾ, ਨਾ ਉਹਦੀਆਂ ਰੇਜ਼ ਜਾ ਕੇ ਉਹਨੂੰ ਡਿਸਟਰਬ ਕਰਦੀਆਂ ਨੇ। ਮੁੰਬਈ ਨਿਵਾਸੀ ਬੀਬੀ ਸਰਜੀਤ ਕੌਰ ਜੋ ਕਿ ਬੀਤੇ ਲੰਮੇ ਸਮੇਂ ਤੋਂ ਗੁਰੂ ਘਰ ਲਈ ਸੇਵਾ ਨਿਭਾਉਂਦੇ ਆ ਰਹੇ ਨੇ, ਉਹਨਾਂ ਬੀਤੇ ਦਿਨੀ ਸੋਨੇ ਨਾਲ ਜੁੜੇ ਸ਼ਬਦ ਡਿੱਠੇ ਸਵੇ ਥਾਮ ਨਹੀਂ ਤੁਧ ਜਿਹਾ ਐਸੀ ਸੇਵਾ ਕਰਵਾਈ। 510 ਗ੍ਰਾਮ ਸ਼ੁੱਧ ਸੋਨੇ ਨਾਲ ਤਿਆਰ ਕੀਤੇ ਗਏ ਇਸ ਸ਼ਬਦ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਦੁਆਰ ਤੇ ਸੁਸ਼ੋਭਿਤ ਕੀਤਾ ਗਿਆ। ਸ਼੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਯਾਨੀ ਜਗਤਾਰ ਸਿੰਘ ਨੇ ਇਸ ਸੇਵਾ ਨੂੰ ਸੁਸ਼ੋਭਿਤ ਕਰਨ ਤੋਂ ਪਹਿਲਾਂ ਅਰਦਾਸ ਕੀਤੀ ਤੇ ਬੀਬੀ ਨੂੰ ਸਰੋਪਾ ਪੇਂਟ ਕਰਕੇ ਸਨਮਾਨਿਤ ਕੀਤਾ। ਬੀਬੀ ਸਰਜੀਤ ਕੌਰ ਇਸ ਤੋਂ ਪਹਿਲਾਂ ਸੋਨੇ ਦੇ ਨਾਲ ਜੜੇ ਸ਼ਬਦ
ਧੰਨ ਧੰਨ ਰਾਮਦਾਸ ਗੁਰਜਨ ਸੀਰੀਆ ਤਿੰਨੇ ਸਵਾਰਿਆ, ਉਸ ਨੂੰ ਵੀ ਦਰਸ਼ਨੀ ਡਿਊਟੀ ਤੇ ਬਾਹਰ ਸੁਸ਼ੋਭਿਤ ਕੀਤਾ ਗਿਆ। ਇਹ ਨਹੀਂ, ਬੀਬੀ ਸੁਰਜੀਤ ਕੌਰ ਵੱਲੋਂ ਸਮੇਂ-ਸਮੇਂ ਸਿਰ ਸ੍ਰੀ ਹਰਿਮੰਦਰ ਸਾਹਿਬ ਵਿਖੇ ਆਪਣੀਆਂ ਸੇਵਾਵਾਂ ਕੀਤੀਆਂ ਗਈਆਂ ਨੇ, ਜਿਨ੍ਹਾਂ ਵਿੱਚ ਸੋਨੇ ਦੇ ਛੱਬੇ, ਝਾਲਰਾਂ, ਹੁਕਮਨਾਮੇ ਵਾਲਾ, ਚਾਂਦੀ ਦਾ ਭੋਗ, ਸੋਨੇ ਦੇ ਚਾਵਰ ਆਦਿ ਸ਼ਾਮਿਲ ਹਨ। ਸ਼੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਜਗਤਾਰ ਸਿੰਘ ਨੇ ਬੀਬੀ ਸੁਰਜੀਤ ਕੌਰ ਜੀ ਦੀ ਚੜ੍ਹਦੀ ਕਲਾ ਅਤੇ ਸਿਹਤਯਾਬੀ ਦੀ ਅਰਦਾਸ ਕਰਦਿਆਂ ਉਹਨਾਂ ਵੱਲੋਂ ਹੁਣ ਤੱਕ ਨਿਭਾਈਆਂ ਸੇਵਾਵਾਂ ਦੀ ਸ਼ਲਾਘਾ ਕੀਤੀ ਤੇ ਗੁਰੂ ਅੱਗੇ ਅਰਦਾਸ ਕੀਤੀ ਕਿ ਗੁਰੂ ਮਹਾਰਾਜ ਬੀਬੀ ਸੁਰਜੀਤ ਕੌਰ ਜੀ ਤੋਂ ਇਸੇ ਤਰ੍ਹਾਂ ਸੇਵਾਵਾਂ ਲੈਂਦੇ ਰਹਿਣ। ਸੋਨੇ ਦੇ ਅੱਖਰਾਂ ਦੇ ਵਿੱਚ ਡਿੱਠੇ ਸਭੇ ਥਾਮ ਨਹੀਂ ਤੁਧ ਜਿਹਾ ਪਾਵਨ ਇਹ ਸੇਵਾ ਜਿਹੜੀ ਸੀ ਇਹ ਪੁਲ ਦੇ ਉੱਪਰ ਕੀਤੀ ਗਈ ਹੈ ਤਾਂ ਕਿ ਜਿਹੜੀ ਸੰਗਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਨਤਮਸਤਕ ਹੋਣ ਵਾਸਤੇ ਜਾ ਰਹੀ ਹੈ, ਉਹਨਾਂ ਨੂੰ ਉਹ ਸਾਹਮਣੇ ਸਤਿਗੁਰੂ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਸਥਾਨ ਦੇ ਗੁਰਬਾਣੀ ਵਿੱਚ ਆਏ ਇਹਨਾਂ ਸ਼ਬਦਾਂ ਦਾ ਦਰਸ਼ਨ ਦੀਦਾਰ ਹੋਣ। ਡਿੱਠੇ ਸਭੇ ਥਾਮ ਨਹੀਂ ਤੁਜਿਹਾ, ਇਸ ਕਰਕੇ ਮਾਤਾ ਸੁਰਜੀਤ ਕੌਰ ਜੀ ਵੱਲੋਂ ਸਮੇਂ-ਸਮੇਂ ਅਨੁਸਾਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਬੇਅੰਤ ਸੇਵਾਵਾਂ ਕੀਤੀਆਂ ਗਈਆਂ ਤੇ ਅੱਜ ਵੀ ਉਹਨਾਂ ਵੱਲੋਂ ਇਹ ਸੇਵਾ ਕੀਤੀ ਗਈ ਹੈ। ਮਾਤਾ ਜੀ ਨੂੰ ਸਤਿਗੁਰੂ ਪਾਤਸ਼ਾਹ ਕਿਰਪਾ ਕਰਨ, ਤੰਦਰੁਸਤੀ ਬਖਸ਼ਣ, ਸਿਰ ਤੇ ਮਿਹਰ ਭਰਿਆ ਹੱਥ ਰੱਖਣ। ਇਸੇ ਤਰ੍ਹਾਂ ਹੀ ਗੁਰੂ ਰਾਮਦਾਸ ਜੀ ਦੇ ਚਰਨਾਂ ਨਾਲ ਜੁੜ ਕਰਕੇ ਇਹ ਸੇਵਾ ਕਰਦੇ ਰਹਿਣ। ਬੀਬੀ ਸੁਰਜੀਤ ਕੌਰ ਮੁਤਾਬਿਕ ਉਹ ਇੱਕ ਨਾਚੀਜ਼ ਇਨਸਾਨ ਨੇ ਤੇ ਗੁਰੂ ਦੀ ਮਿਹਰ ਸਦਕਾ ਹੀ ਉਹ ਇਹ ਸੇਵਾ ਨਿਭਾ ਰਹੇ ਨੇ। ਉਹਨਾਂ ਅਰਦਾਸ ਕੀਤੀ ਕਿ ਗੁਰੂ ਸਾਹਿਬ ਉਹਨਾਂ ਤੋਂ ਇਸੇ ਤਰ੍ਹਾਂ ਸੇਵਾਵਾਂ ਲੈਂਦੇ ਰਹਿਣ ਤੇ ਉਹ ਤਨ ਮਨ ਦੇ ਨਾਲ ਇਹਨਾਂ ਸੇਵਾਵਾਂ ਨੂੰ ਨਿਭਾਉਂਦੇ ਰਹਿਣ। ਮਹਾਰਾਜ ਜੀ ਨੇ ਸੱਚਖੰਡ ਵਿੱਚ ਰੁਲਦੀ ਖੁਲਦੀ ਨੂੰ ਇਸ ਨੂੰ ਜਗ੍ਹਾ ਦਿੱਤੀ, ਜਿਹੜਾ ਕੋਈ ਮੇਰੀ ਪਰਵਾਹ ਹੀ ਨਹੀਂ ਸੀ ਕਰਦਾ, ਬਾਤ ਹੀ ਨਹੀਂ ਸੀ ਪੁੱਛਦਾ। ਮੈਂ ਧੰਨ ਧੰਨ ਗੁਰੂ ਰਾਮਦਾਸ ਮਹਾਰਾਜ ਦੀ ਬੜੀ ਰਿੰਨੀ ਹੈ, ਕਰਜ਼ਦਾਰ ਹਾਂ, ਇਨਸਾਨ ਮਨ ਦਾ ਸ਼ੁਕਰਗੁਜ਼ਾਰ ਹਾਂ। ਰਿਜ਼ਕ ਤੇ ਉਹਨਾਂ ਦਾ, ਸਭ ਕੁਝ ਤੇ ਉਹਨਾਂ ਦਾ, ਆਪਣੇ ਤਾਂ ਸਵਾਸ ਤੱਕ ਨਹੀਂ ਹੈ। ਉਹ ਜੋ ਕੁਛ ਕਰ ਰਿਹਾ ਗੁਰੂ ਰਾਮਦਾਸ ਮਹਾਰਾਜ ਆਪਣਾ ਮੇਰਾ ਤਾਂ ਹੱਥ ਰੱਖ ਕੇ ਕਰਵਾ ਰਹੇ। ਮੈਂ ਕੁਛ ਨਹੀਂ ਕਰਨੀ ਜੋਗੀ, ਤੇਰਾ ਕੀਆ ਤੁਝੇ ਕਿਆ। ਇਹ ਸੇਵਾ ਭੈਣ ਜੀ ਸੁਰਜੀਤ ਕੌਰ ਕੋਲੋਂ ਗੁਰੂ ਰਾਮਦਾਸ ਪਾਤਸ਼ਾਹ ਨੇ ਆਪ ਲਈ ਆ। ਇਸ ਤੋਂ ਪਹਿਲਾਂ ਵੀ ਭੈਣ ਜੀ ਸੁਰਜੀਤ ਕੌਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪ੍ਰਤੀ ਸਮਰਪਿਤ ਭਾਵਨਾ ਦੇ ਨਾਲ ਬਹੁਤ ਵੱਡੀਆਂ ਸੇਵਾਵਾਂ ਕੀਤੀਆਂ ਨੇ। ਇੱਕ ਛੋਟੇ ਜਿਹੇ ਬ੍ਰੇਕ ਲਈ ਇੱਥੇ ਰੁਕ ਰਹੇ ਹਾਂ। ਬ੍ਰੇਕ ਤੋਂ ਬਾਅਦ ਵੀ ਸਾਡੀ ਖਾਸ ਪੇਸ਼ਕਸ਼ ਚੱਲਦੀ ਰਹੇਗੀ। ਸੇਵਾ ਪੰਥੀ ਸੰਪਰਦਾਇ ਜਿਨ੍ਹਾਂ ਤੋਂ ਸ਼ੁਰੂ ਹੋਈ ਔਰ ਜਿਨ੍ਹਾਂ ਨੇ ਸਮੁੱਚੀ ਮਨੁੱਖਤਾ ਦੇ ਵਿੱਚ ਇੱਕ ਪਰਮਾਤਮਾ ਨੂੰ ਦੇਖ ਕੇ ਮੁਸਲਮਾਨਾਂ ਨੂੰ, ਸਿੱਖਾਂ ਨੂੰ, ਹਿੰਦੂਆਂ ਨੂੰ ਸਾਰਿਆਂ ਨੂੰ ਪਾਣੀ ਪਿਲਾ ਕੇ ਇਹ ਗੱਲ ਸਾਬਤ ਕੀਤੀ, ਨਾ ਕੋਈ ਬੈਰੀ ਨਹੀਂ ਬੇਗਾਨਾ, ਸਗਲ ਸੰਗ ਹਮਕੋ ਬਣ ਆਈ। ਉਹਨਾਂ ਦੀ ਸੰਪਰਦਾਇ ਦੇ ਵੱਲੋਂ ਰੈੱਡ ਕਰਾਸ ਦਾ ਜਨਮ ਤਾਂ ਬਹੁਤ ਬਾਅਦ ਵਿੱਚ ਹੋਇਆ ਹੈ। ਰੈੱਡ ਕਰਾਸ ਤਾਂ ਗੁਰੂ ਨਾਨਕ ਸਾਹਿਬ ਨੇ ਸ਼ੁਰੂ ਕਰ ਦਿੱਤੀ ਸੀ। ਜਦੋਂ ਉਹਨਾਂ ਨੇ ਸਾਰਿਆਂ ਨੂੰ ਜਾ ਕੇ ਜਿੱਥੇ ਦਰਸ਼ਨ ਦਿੱਤੇ, ਉੱਥੇ ਕੋਹੜੀਆਂ ਨੂੰ ਆਪ ਸਤਿਗੁਰੂ ਪਾਤਸ਼ਾਹ ਨੇ ਉਹਨਾਂ ਦੀ ਮਰਮ ਪੱਟੀ ਕੀਤੀ, ਉਹਨਾਂ ਦੇ ਇਲਾਜ ਕੀਤੇ। ਭਾਈ ਕਨ੍ਹਈਆ ਜੀ ਨੇ ਸਾਖਸ਼ਾਤ ਰੂਪ ਦੇ ਵਿੱਚ ਇਸ ਆਨੰਦਪੁਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੋਂ ਉਹਦੀ ਪ੍ਰੈਕਟੀਕਲ ਦੇ ਵਿੱਚ ਸ਼ੁਰੂਆਤ ਕਰਕੇ ਔਰ ਸਾਰਿਆਂ ਦੇ ਵਿੱਚ ਉਸ ਪਰਮਾਤਮਾ ਨੂੰ ਦੇਖ ਕੇ ਇਹ ਸੇਵਾ ਸ਼ੁਰੂ ਕੀਤੀ ਹੈ। ਸਾਡੀ ਸਮੁੱਚੀ ਸਿੱਖ ਕਮਿਊਨਿਟੀ ਜਿਹੜੀ ਹੈ ਉਹਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ ਔਰ ਉਹਨਾਂ ਦਾ ਮਾਣ ਸਤਿਕਾਰ ਬਹੁਤ ਵੱਡੇ ਪੱਧਰ ਤੇ ਕਰਨ ਵਾਸਤੇ ਸਾਨੂੰ ਵਿਚਾਰਾਂ ਕਰਨੀਆਂ ਚਾਹੀਦੀਆਂ ਨੇ। ਅਸੀਂ ਵੀ ਸਿੰਘ ਸਾਹਿਬਾਨਾਂ ਦੇ ਨਾਲ ਇਸ ਗੱਲ ਤੇ ਵਿਚਾਰ ਕਰਾਂਗੇ। ਜੋ ਸਤਿਗੁਰੂ ਜੀ ਨੇ ਪਾਵਨ ਬਾਣੀ 'ਚ ਵਚਨ ਕਹੇ ਹਨ, ਬ੍ਰਹਮ ਦਿਸੈ, ਬ੍ਰਹਮ ਸੁਣੀਐ, ਬ੍ਰਹਮ ਵਹਿਮ ਵਖਾਣੀਐ, ਉਸ ਨੂੰ ਅਮਲੀ ਜਾਮਾ ਅਸਲੀਅਤ ਰੂਪ ਵਿੱਚ ਜੋ ਸਾਰਿਆਂ ਦੇ ਅੰਦਰ ਬ੍ਰਹਮ ਹੀ ਤੱਕਦੇ ਸਨ, ਵੇਖਦੇ ਸਨ, ਉਹ ਭਾਈ ਕਨ੍ਹਈਆ ਜੀ ਜਿਨ੍ਹਾਂ ਦੇ ਇਤਿਹਾਸ ਵਿੱਚ ਵਚਨ ਆਉਂਦੇ ਨੇ, ਜਿਮ ਸਿੰਘਨ ਕੋ ਜਲ ਜਾਇ ਛਕਾਵੈ, ਤਿਮ ਤੁਰਕਨ ਕੋ ਨਿਤ ਤ੍ਰਿਪਤਾਵੈ। ਜਿਵੇਂ ਸਿੰਘਾਂ ਨੂੰ ਗੁਰੂ ਕੇ ਨੂੰ ਛਕਾਉਂਦੇ ਸਨ ਜਲ, ਉਸੇ ਤਰ੍ਹਾਂ ਦੁਸ਼ਮਣਾਂ ਨੂੰ ਵੀ ਛਕਾਉਂਦੇ ਸਨ। ਜਿੱਥੇ ਸਤਿਗੁਰੂ ਦੇ ਕੋਲ ਸ਼ਿਕਾਇਤ ਕੀਤੀ ਤਾਂ ਸਤਿਗੁਰੂ ਨੇ ਤੁਰਟ ਕੇ ਸਗੋਂ ਮੱਲਮ ਤੇ ਪੱਟੀ ਵੀ ਉਹਨਾਂ ਨੂੰ ਦਿੱਤੀ। ਭਾਈ ਕਨ੍ਹਈਆ ਜੀ ਧੰਨਾ ਤੂੰ, ਅੱਗੇ ਤਾਂ ਇਕੱਲਾ ਜਲ ਹੀ ਛਕਾਉਂਦਾ ਸੀ, ਹੁਣ ਤੂੰ ਰੋਗੀਆਂ ਦੇ, ਦੁਖੀਆਂ ਦੇ ਮੱਲਮ ਪੱਟੀ ਵੀ ਕਰਿਆ ਕਰ। ਜਦਕਿ ਬਾਬਾ ਦਿਲਬਾਗ ਸਿੰਘ ਸੇਵਾ ਪੰਥੀ ਨੇ ਕਿਹਾ ਕਿ ਉਹ ਹਰ ਸਾਲ ਅਨੰਦਪੁਰ ਸਾਹਿਬ ਦੀ ਧਰਤੀ ਤੇ ਇਸੇ ਤਰ੍ਹਾਂ ਸਮਾਗਮ ਕਰਵਾਉਂਦੇ ਨੇ।
ਹਮੇਸ਼ਾ ਦੀ ਤਰ੍ਹਾਂ ਭਾਈ ਕਨ੍ਹਈਆ ਸਾਹਿਬ ਜੀ ਦੀ ਯਾਦ ਵਿੱਚ 20 ਸਤੰਬਰ ਨੂੰ ਸੇਵਾ ਪੰਥੀ ਸੰਪਰਦਾ ਵੱਲੋਂ ਸਮਾਗਮ ਮਨਾਇਆ ਜਾਂਦਾ। ਉਹਨਾਂ ਦੀ ਯਾਦ ਵਿੱਚ ਕੀਰਤਨ ਦਰਬਾਰ ਹੁੰਦਾ 19 ਤਰੀਕ ਰਾਤ ਨੂੰ, 20 ਤਰੀਕ ਨੂੰ ਸੰਤ ਸੰਮੇਲਨ ਹੁੰਦਾ, ਗੁਰਮਤਿ ਵਿਚਾਰਾਂ ਹੁੰਦੀਆਂ ਨੇ ਔਰ ਵੱਡੀ ਪੱਧਰ 'ਤੇ ਸੇਵਾ ਪੰਥੀ ਸੰਪਰਦਾ ਦੇ ਮਹਾਂਪੁਰਖ ਆਉਂਦੇ ਨੇ। ਨਾਲ ਹੀ ਸਾਡੀ ਸਿੱਖ ਕੌਮ ਦੇ ਜੋ ਮੁਖੀ ਨੁਮਾਇੰਦੇ ਨੇ ਸਿੰਘ ਸਾਹਿਬ ਜੀ, ਗਿਆਨੀ ਗੁਰਬਚਨ ਸਿੰਘ ਜੀ, ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਜੀ, ਸਿੰਘ ਸਾਹਿਬ ਜੀ, ਗਿਆਨੀ ਮੱਲ ਸਿੰਘ ਜੀ, ਜਥੇਦਾਰ ਤਖਤ ਸ੍ਰੀ ਕੇਸਗੜ੍ਹ ਸਾਹਿਬ ਜੀ ਹਮੇਸ਼ਾ ਸਾਡੇ ਕੋਲ ਆਉਂਦੇ ਨੇ ਔਰ ਸੰਗਤਾਂ ਨੂੰ ਸਮਾਨਤਾ ਦਾ ਪ੍ਰਚਾਰ ਕਰਦੇ ਨੇ। ਉਧਰ ਭਾਈ ਕਨ੍ਹਈਆ ਜੀ ਦਾ ਦਿਨ ਪੰਜਾਬ ਰੈੱਡ ਕਰਾਸ ਵੱਲੋਂ ਕਈ ਸਾਲਾਂ ਤੋਂ ਲਗਾਤਾਰ ਮਨਾਇਆ ਜਾ ਰਿਹਾ ਹੈ। ਇਸ ਸਾਲ ਜੂਨੀਅਰ ਅਤੇ ਯੂਥ ਰੈੱਡ ਕਰਾਸ ਦਾ ਦਿਨ ਭਾਈ ਕਨ੍ਹਈਆ ਜੀ ਨੂੰ ਸਮਰਪਿਤ ਮਿਤੀ 20 ਅਤੇ 21 ਸਤੰਬਰ ਨੂੰ ਉਹਨਾਂ ਦੀ ਕਰਮ ਭੂਮੀ ਸ਼੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਮਨਾਇਆ ਜਾ ਰਿਹਾ ਹੈ, ਜਿੱਥੋਂ ਕਿ ਭਾਈ ਕਨ੍ਹਈਆ ਜੀ ਨੇ ਗੁਰੂ ਸਾਹਿਬ ਦਾ ਆਸ਼ੀਰਵਾਦ ਲੈ ਕੇ ਮਾਨਵਤਾ ਦੀ ਸੇਵਾ ਦਾ ਕੰਮ ਆਰੰਭਿਆ ਸੀ। ਰੈੱਡ ਕਰਾਸ ਦਾ ਜਿਹੜੇ ਪਹਿਲੇ ਪ੍ਰਵਰਤਕ ਅਸੀਂ ਮੰਨਦੇ ਹਾਂ ਉਹ ਭਾਈ ਕਨ੍ਹਈਆ ਜੀ ਨੂੰ ਮੰਨਦੇ ਹਾਂ, ਕਿਉਂਕਿ 1863 ਦੇ ਵਿੱਚ ਰੈੱਡ ਕਰਾਸ ਦੀ ਸਥਾਪਨਾ ਹੋਈ ਸੀ ਤੇ 1704 ਦੇ ਵਿੱਚ ਭਾਈ ਕਨ੍ਹਈਆ ਜੀ ਨੇ ਇਹ ਸੇਵਾ ਦਾ ਮੁੱਢ ਜਿਹੜਾ ਹੈ ਬੰਨਿਆ ਹੈ। ਅੱਜ ਪੰਜਾਬ ਰੈੱਡ ਕਰਾਸ ਜਿਹੜੀ ਹੈ ਸਾਰੇ ਸੰਸਾਰ ਦੇ ਵਿੱਚ ਜਿਹੜੀ ਹੈ ਯੂਥ ਰੈੱਡ ਡੇ ਉਹਨਾਂ ਨੂੰ ਸਮਰਪਿਤ ਕਰ ਰਹੀ ਹੈ ਔਰ ਅਸੀਂ ਆਉਣ ਵਾਲੇ ਟਾਈਮ ਦੇ ਵਿੱਚ ਵੀ ਇਸ ਤਰ੍ਹਾਂ ਦੇ ਪ੍ਰੋਗਰਾਮ ਜਿਹੜੇ ਹਰ ਸਾਲ ਕਰ ਰਹੇ ਹਾਂ। ਸੋ ਇਸ ਦੇ ਵਿੱਚ ਕੋਈ ਦੁਰਾਏ ਨਹੀਂ ਹੈ ਕਿ ਜੋ ਕੰਮ ਰੈੱਡ ਕਰਾਸ ਕਰ ਰਹੀ ਹੈ ਉਹ ਕੰਮ ਕਈ ਸੌ ਸਾਲ ਪਹਿਲਾਂ ਭਾਈ ਕਨ੍ਹਈਆ ਜੀ ਨੇ ਸ਼ੁਰੂ ਕਰ ਦਿੱਤਾ ਸੀ। ਇਸ ਲਈ ਪੂਰੀ ਸਿੱਖ ਕੌਮ ਚਾਹੁੰਦੀ ਹੈ ਕਿ ਰੈੱਡ ਕਰਾਸ ਨੂੰ ਭਾਈ ਕਨ੍ਹਈਆ ਜੀ ਦੇ ਨਾਮ ਨਾਲ ਵੀ ਜਾਣਿਆ ਜਾਵੇ। ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦਾ ਲੰਬਾ ਸਮਾਂ ਸੁਲਤਾਨਪੁਰ ਲੋਧੀ ਦੇ ਵਿੱਚ ਬਿਤਾਇਆ ਤੇ ਗੁਰੂ ਜੀ ਨੇ ਆਪਣਾ ਗ੍ਰਸਤੀ ਜੀਵਨ ਸੁਲਤਾਨਪੁਰ ਲੋਧੀ ਤੋਂ ਸ਼ੁਰੂ ਕੀਤਾ। ਗੁਰੂ ਜੀ ਦਾ ਵਿਆਹ ਬਟਾਲਾ ਦੇ ਵਿੱਚ ਮਾਤਾ ਸੁਲੱਖਣੀ ਜੀ ਦੇ ਨਾਲ ਹੋਇਆ। ਗੁਰੂ ਜੀ ਸੁਲਤਾਨਪੁਰ ਲੋਧੀ ਤੋਂ ਆਪਣੇ ਨਿਵਾਸ ਸਥਾਨ ਤੋਂ ਬਰਾਤ ਲੈ ਕੇ ਬਟਾਲਾ ਗਏ ਸਨ। 20 ਸਤੰਬਰ ਨੂੰ ਬਟਾਲਾ ਦੇ ਵਿੱਚ ਗੁਰੂ ਜੀ ਦਾ ਵਿਵਾਹ ਸਮਾਗਮ ਦੀ ਧੂਮਧਾਮ ਨਾਲ ਮਨਾਇਆ ਗਿਆ। ਬਟਾਲਾ ਦੀ ਸੰਗਤ ਸੁਲਤਾਨਪੁਰ ਲੋਧੀ ਤੋਂ ਬਰਾਤ ਦੇ ਰੂਪ ਦੇ ਵਿੱਚ ਨਗਰ ਕੀਰਤਨ ਲੈ ਕੇ ਪਹੁੰਚੀ। ਫਿਰ ਸਮੇਂ ਭਾਰੀ ਗਿਣਤੀ ਦੇ ਵਿੱਚ ਇਲਾਕੇ ਤੇ ਦੂਰ ਦਰਾਡੇ ਦੇ ਸ਼ਰਧਾਲੂ ਗੁਰੂ ਜੀ ਦੀ ਬਰਾਤ ਦੇ ਰੂਪ ਵਿੱਚ ਆਏ। ਨਗਰ ਕੀਰਤਨ ਦੇ ਵਿੱਚ ਸ਼ਾਮਿਲ ਹੋਏ ਸੁਲਤਾਨਪੁਰ ਲੋਧੀ ਦੇ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਤੋਂ ਨਗਰ ਕੀਰਤਨ ਨੂੰ ਬੜੀ ਹੀ ਧੂਮਧਾਮ ਦੇ ਨਾਲ ਬਟਾਲਾ ਦੇ ਲਈ ਰਵਾਨਾ ਕੀਤਾ ਗਿਆ। ਨਗਰ ਕੀਰਤਨ ਦੇ ਵਿੱਚ ਸ਼ਰਧਾਲੂ ਸੈਂਕੜੇ ਗੱਡੀਆਂ ਤੇ ਮੋਟਰਸਾਈਕਲਾਂ ਦੀ ਲੰਬੀ ਕਤਾਰਾਂ ਦੇਖਣ ਨੂੰ ਮਿਲੀਆਂ। ਨਗਰ ਕੀਰਤਨ ਦੇ ਰਾਹ ਦੇ ਵਿੱਚ ਲੋਕਾਂ ਵੱਲੋਂ ਵੱਖ-ਵੱਖ ਤਰੀਕੇ ਦੇ ਲੰਗਰ ਲਗਾਏ ਗਏ ਸਨ। ਸਕੂਲੀ ਬੱਚਿਆਂ ਤੇ ਸ਼ਰਧਾਲੂਆਂ ਨੇ ਥਾਂ-ਥਾਂ ਤੇ ਨਗਰ ਕੀਰਤਨ ਦਾ ਭਰਵਾਂ ਸਵਾਗਤ ਕੀਤਾ। ਇਹ ਨਗਰ ਕੀਰਤਨ ਸੁਲਤਾਨਪੁਰ ਲੋਧੀ ਤੋਂ ਰਵਾਨਾ ਹੋ ਕੇ ਆਪਣਾ ਪੜਾਅ ਤੈਅ ਕਰਕੇ ਲਗਾਤਾਰ ਅੱਗੇ ਵਧਦਾ ਗਿਆ, ਜੋ ਸੁਲਤਾਨਪੁਰ ਲੋਧੀ ਦੇ ਮੁੰਡੀ ਮੋੜ, ਢਿਲਵਾਂ ਪਿਆਸ, ਬਾਬਾ ਬਕਾਲਾ ਸਾਹਿਬ ਤੋਂ ਹੁੰਦਾ ਹੋਇਆ ਮਹਿਤਾ ਤੇ ਫਿਰ ਸ਼ਾਮ ਸਮੇਂ ਬਟਾਲਾ ਸਾਹਿਬ ਦੇ ਗੁਰਦੁਆਰਾ ਸ਼੍ਰੀ ਕੰਧ ਸਾਹਿਬ ਵਿਖੇ ਪਹੁੰਚ ਕੇ ਸਮਾਪਤ ਹੋਇਆ। ਗੁਰੂ ਜੀ ਦੇ ਵਿਵਾਹ ਸਮਾਗਮ ਦੇ ਸੰਬੰਧ ਦੇ ਵਿੱਚ ਬਟਾਲਾ ਦੇ ਵਿੱਚ ਵੀ ਵਿਸ਼ਾਲ ਨਗਰ ਕੀਰਤਨ ਦਾ ਪ੍ਰਬੰਧ ਕੀਤਾ ਗਿਆ। ਵਿਆਹ ਦੇ ਮਾਹੌਲ ਨੂੰ ਲੈ ਕੇ ਬਟਾਲਾ ਸ਼ਹਿਰ ਨੂੰ ਖੂਬਸੂਰਤੀ ਦੇ ਨਾਲ ਸਜਾਇਆ ਗਿਆ ਤੇ ਗੁਰਦੁਆਰਾ ਸਾਹਿਬ ਦੇ ਵਿੱਚ ਭਾਂਤ-ਭਾਂਤ ਦੇ ਪਕਵਾਨ ਤੇ ਮਿਠਾਈਆਂ ਦੇ ਲੰਗਰ ਲਗਾਏ ਗਏ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 411ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇੱਕ ਅਲੌਕਿਕ ਨਗਰ ਕੀਰਤਨ ਬੀਤੇ ਦਿਨੀ ਗੁਰਦੁਆਰਾ ਰਾਮਸਰ ਤੋਂ ਸਜਾਇਆ ਗਿਆ। ਪੰਜ ਪਿਆਰਿਆਂ ਦੀ ਅਗਵਾਈ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਸਜਾਇਆ ਗਿਆ ਇਹ ਨਗਰ ਕੀਰਤਨ ਰਾਮਸਰ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਤੋਂ ਹੁੰਦਾ ਹੋਇਆ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਸਮਾਪਤ ਹੋਇਆ।
ਪੰਜਵੀਂ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਵੱਲੋਂ ਪਹਿਲੇ 4 ਗੁਰੂ ਸਾਹਿਬਾਨਾਂ, ਭਗਤਾਂ, ਸੰਤਾਂ ਅਤੇ ਪੱਟਾਂ ਦੀ ਬਾਣੀ ਨੂੰ 31 ਰਾਗਾਂ ਦੇ ਵਿੱਚ ਸੰਕਲਿਤ ਕਰ ਆਦਿ ਗ੍ਰੰਥ ਦੀ ਰਚਨਾ ਕੀਤੀ ਗਈ ਸੀ ਤੇ ਇਸ ਪਵਿੱਤਰ ਦਿਹਾੜੇ ਇੱਕ ਨਗਰ ਕੀਰਤਨ ਦੇ ਰੂਪ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨੂੰ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਪ੍ਰਕਾਸ਼ਮਾਨ ਕੀਤਾ ਗਿਆ। ਪਾਵਨ ਸਰੂਪ ਨੂੰ ਸ੍ਰੀ ਹਰਿਮੰਦਰ ਸਾਹਿਬ ਸੁਸ਼ੋਭਿਤ ਕਰ ਗੁਰੂ ਅਰਜਨ ਦੇਵ ਜੀ ਨੇ ਆਪ ਸੰਗਤਾਂ ਦੇ ਨਾਲ ਜ਼ਮੀਨ ਤੇ ਬੈਠ ਕੇ ਪਹਿਲਾਂ ਹੁਕਮਨਾਮਾ ਲਿਆ ਤੇ ਸੰਗਤਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਕਰਨ ਦੇ ਲਈ ਪ੍ਰੇਰਿਆ। ਇਸ ਪਵਿੱਤਰ ਦਿਹਾੜੇ ਤੇ ਸਜਾਏ ਗਏ ਨਗਰ ਕੀਰਤਨ ਦੇ ਵਿੱਚ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਮੁੱਖ ਗ੍ਰੰਥੀ ਗਿਆਨੀ ਜਗਤਾਰ ਸਿੰਘ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨੂੰ ਸੁਨਹਿਰੀ ਪਾਲਕੀ ਦੇ ਵਿੱਚ ਸੁਸ਼ੋਭਿਤ ਕੀਤਾ ਤੇ ਸੰਗਤਾਂ ਸਾਰਾ ਰਸਤਾ ਪਾਲਕੀ ਅੱਗੇ ਚੱਲਦਿਆਂ ਹੋਇਆਂ ਨਤਮਸਤਕ ਹੋ ਰਹੀਆਂ ਸਨ। ਨਗਰ ਕੀਰਤਨ ਤੇ ਸਾਰਾ ਰਸਤਾ ਥਾਂ-ਥਾਂ ਤੇ ਸੰਗਤਾਂ ਵੱਲੋਂ ਖਾਣ ਪੀਣ ਦੀਆਂ ਵਸਤਾਂ ਦੇ ਲੰਗਰ ਲਗਾਏ ਗਏ। ਗੱਤਕਾ ਪਾਟਿਆਂ ਦੇ ਜ਼ਾਹਰ ਵੀ ਨਗਰ ਕੀਰਤਨ ਦੀ ਸ਼ੋਭਾ ਵਧਾ ਰਹੇ ਸਨ। ਜਿਵੇਂ ਪਾਤਸ਼ਾਹ ਜੀ ਨੇ ਸੰਮਤ 1661 ਬਿਕਰਮੀ ਨੂੰ ਸਨ 1604 ਈਸਵੀ ਨੂੰ ਭਾਈ ਗੁਰਦਾਸ ਜੀ ਨੂੰ ਲਿਖਾਰੀ ਲਾ ਕੇ ਤੁਰਕੀ ਬਾਣੀ ਸਾਰੀ ਜਿਹੜੀ ਸੀ ਉਹ ਇੱਕ ਥਾਂ ਤੇ ਇਕੱਤਰ ਕੀਤੀ। ਭਾਈ ਗੁਰਦਾਸ ਜੀ ਨੂੰ ਲਿਖਾਰੀ ਲਾ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੀ ਸੰਪਾਦਨਾ ਕਰਵਾਈ ਅਤੇ ਭਾਦਰੋਂ ਸੁਦੀ ਏਕਮ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਪਹਿਲਾ ਪ੍ਰਕਾਸ਼ ਕੀਤਾ ਗਿਆ। ਸੋ ਆਪਣੀ ਇਸ ਖਾਸ ਪੇਸ਼ਕਸ਼ ਦੇ ਵਿੱਚ ਸਾਡੀ ਪੂਰੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਆਪਣੇ ਦਰਸ਼ਕਾਂ ਨੂੰ ਅਹਿਮ ਗਤੀਵਿਧੀਆਂ, ਸਿੱਖ ਇਤਿਹਾਸ ਤੇ ਚਲੰਤ ਮੁੱਦਿਆਂ ਤੋਂ ਜਾਣੂ ਕਰਵਾ ਸਕੀਏ। ਤੁਹਾਡੇ ਵਿਚਾਰ ਤੇ ਸੁਝਾਅ ਹਮੇਸ਼ਾ ਸਾਡੇ ਲਈ ਕੀਮਤੀ ਨੇ। ਕਿਸੇ ਵੀ ਤਰ੍ਹਾਂ ਦਾ ਕੋਈ ਸੁਝਾਅ ਦੇਣਾ ਚਾਹੁੰਦੇ ਹੋ ਜਾਂ ਸਾਡੇ ਨਾਲ ਕੋਈ ਵਿਚਾਰ ਸਾਂਝਾ ਕਰਨਾ ਚਾਹੁੰਦੇ ਹੋ ਤਾਂ ਸਾਨੂੰ ਈਮੇਲ ਕਰ ਸਕਦੇ ਹੋ। ਸਾਡਾ ਈਮੇਲ ਪਤਾ ਹੈ feedback@ptcnetwork.tv। ਅਗਲੇ ਹਫਤੇ ਫਿਰ ਤੋਂ ਖਾਸ ਪ੍ਰੋਗਰਾਮ ਸਿੱਖ ਸਰਗਰਮੀਆਂ ਲੈ ਕੇ ਤੁਹਾਡੇ ਸਾਹਮਣੇ ਰੂਬਰੂ ਹੋਵਾਂਗੇ। ਤਦ ਤੱਕ ਲਈ ਇਜਾਜ਼ਤ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।